ਜਦੋਂ ਮੈਂ ਦੁਲਹਨ ਬਣ ਕੇ ਆਪਣੇ ਸਹੁਰੇ ਘਰ ਪਹੁੰਚੀ ਤਾਂ ਇੰਨਾ ਆਲੀਸ਼ਾਨ ਬੰਗਲਾ ਦੇਖ ਕੇ ਮੇਰੀਆਂ ਤਾਂ ਅੱਖਾਂ ਫਟੀ ਦੀਆਂ ਫਟੀਆਂ ਹੀ ਰਹਿ ਗਈਆਂ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਹੋਣ ਵਾਲਾ ਸਹੁਰਾ ਘਰ ਇੰਨਾ ਵੱਡਾ ਅਤੇ ਸ਼ਾਨਦਾਰ ਹੋਵੇਗਾ। ਮੈਨੂੰ ਤਾਂ ਬਸ ਇੰਨਾ ਹੀ ਪਤਾ ਸੀ ਕਿ ਇਹ ਲੋਕ ਬਹੁਤ ਅਮੀਰ ਅਤੇ ਖਾਂਦੇ ਪੀਂਦੇ ਘਰ ਦੇ ਹਨ, ਪਰ ਮੈਂ ਇੰਨੀ ਆਲੀਸ਼ਾਨ ਜਗ੍ਹਾ ਦੇ ਬਾਰੇ ਵਿੱਚ ਸੋਚਿਆ ਵੀ ਨਹੀਂ ਸੀ। ਮੈਂ ਦਿਲ ਹੀ ਦਿਲ ਵਿੱਚ ਸੋਚਣ ਲੱਗੀ ਕਿ ਚੰਗਾ ਹੋਇਆ ਕਿ ਮੈਂ ਇਸ ਨਾਲ ਵਿਆਹ ਕਰਨ ਲਈ ਹਾਮੀ ਭਰ ਦਿੱਤੀ ਅਤੇ ਮੇਰੀ ਕਿਸਮਤ ਚਮਕ ਗਈ। ਆਪਣੀ ਭੈਣ ਦੀ ਮੌਤ ਦਾ ਗਮ ਜੋ ਮੈਨੂੰ ਕਿੰਨੇ ਮਹੀਨਿਆਂ ਤੋਂ ਸਤਾ ਰਿਹਾ ਸੀ ਉਹ ਕਿਤੇ ਖੋ ਗਿਆ ਅਤੇ ਹੁਣ ਮੈਂ ਉਸਦੇ ਮਰਨ 'ਤੇ ਵੀ ਖੁਸ਼ੀ ਮਹਿਸੂਸ ਕਰ ਰਹੀ ਸੀ, ਕਿਉਂਕਿ ਉਸਦੇ ਕਾਰਨ ਹੀ ਤਾਂ ਮੈਨੂੰ ਇਹ ਸਭ ਕੁਝ ਨਸੀਬ ਹੋਇਆ ਸੀ। ਮੇਰੇ ਸੱਸ ਸਹੁਰੇ ਨੇ ਮੈਨੂੰ ਡਰਾਇੰਗ ਰੂਮ ਵਿੱਚ ਵੱਡੇ ਸਾਰੇ ਸੋਫੇ 'ਤੇ ਬਿਠਾ ਦਿੱਤਾ। ਏਸੀ ਦੀ ਠੰਡੀ ਠੰਡੀ ਹਵਾ ਨਾਲ ਪੂਰਾ ਕਮਰਾ ਠੰਡਾ ਹੋ ਰਿਹਾ ਸੀ। ਮੈਂ ਹੈਰਾਨ ਅਤੇ ਪਰੇਸ਼ਾਨ ਅੱਖਾਂ ਫਾੜ ਕੇ ਉੱਥੇ ਪਈ ਇੱਕ ਮਹਿੰਗੀ ਤੋਂ ਮਹਿੰਗੀ ਚੀਜ਼ ਨੂੰ ਦੇਖ ਰਹੀ ਸੀ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹੀਆਂ ਕੀਮਤੀ ਚੀਜ਼ਾਂ ਨਹੀਂ ਦੇਖੀਆਂ ਸਨ। ਮੇਰੀ ਸੱਸ ਨੇ ਇੱਕ ਵੱਡਾ ਸਾਰਾ ਗਹਿਣਿਆਂ ਦਾ ਡੱਬਾ ਖੋਲ੍ਹਿਆ ਅਤੇ ਉਸ ਵਿੱਚੋਂ ਹੀਰਿਆਂ ਦਾ ਹਾਰ ਕੱਢ ਕੇ ਮੇਰੇ ਸਾਹਮਣੇ ਰੱਖਦੇ ਹੋਏ ਕਹਿਣ ਲੱਗੀ ਕਿ ਅਵਨੀਤ, ਇਹ ਸਾਡਾ ਖਾਨਦਾਨੀ ਹਾਰ ਹੈ ਅਤੇ ਤੂੰ ਸਾਡੀ ਇਕਲੌਤੀ ਬਹੂ ਹੈ, ਇਸ ਲਈ ਅੱਜ ਤੋਂ ਇਹ ਤੇਰਾ ਹੋਇਆ। ਇਸ ਹਾਰ ਦੀ ਚਮਕ ਨੇ ਤਾਂ ਮੈਨੂੰ ਅੰਨਾ ਹੀ ਕਰ ਦਿੱਤਾ ਸੀ। ਮੈਂ ਉਸ ਹਾਰ 'ਤੇ ਹੱਥ ਫੇਰਿਆ ਅਤੇ ਉਹਨਾਂ ਹੀਰਿਆਂ ਨੂੰ ਮਹਿਸੂਸ ਕਰਨ ਲੱਗੀ ਜਿਨ੍ਹਾਂ ਦੀ ਚਮਕ ਮੇਰੀ ਸਾਰੀ ਜ਼ਿੰਦਗੀ ਨੂੰ ਰੌਸ਼ਨ ਕਰਨ ਵਾਲੀ ਸੀ। ਮੇਰੇ ਸੱਸ ਸਹੁਰਾ ਦੋਵੇਂ ਹੀ ਮੈਨੂੰ ਪਿਆਰ ਭਰੀਆਂ ਨਿਗਾਹਾਂ ਨਾਲ ਦੇਖਦੇ ਹੋਏ ਮੇਰੀ ਖੂਬਸੂਰਤੀ ਤਾਰੀਫ ਕਰ ਰਹੇ ਸਨ ਅਤੇ ਮੈਂ ਆਪਣੇ ਪਤੀ ਨੂੰ ਲੱਭ ਰਹੀ ਸੀ ਜੋ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ। ਜਿਵੇਂ ਹੀ ਮੇਰੀ ਸੱਸ ਨੇ ਮੇਰੀ ਬੇਚੈਨੀ ਮਹਿਸੂਸ ਕੀਤੀ ਤਾਂ ਉਹ ਮੁਸਕਰਾ ਕੇ ਕਹਿਣ ਲੱਗੀ, ਇੰਨੀ ਵੀ ਕੀ ਜਲਦੀ ਹੈ, ਹੁਣ ਤੈਨੂੰ ਸਾਰੀ ਜ਼ਿੰਦਗੀ ਇੱਥੇ ਹੀ ਗੁਜ਼ਾਰਨੀ ਹੈ। ਤੇਰਾ ਪਤੀ ਕਮਰੇ ਵਿੱਚ ਤੇਰਾ ਇੰਤਜ਼ਾਰ ਕਰ ਰਿਹਾ ਹੈ। ਮੇਰੇ ਸਹੁਰੇ ਨੇ ਇੱਕ ਨੌਕਰਾਣੀ ਨੂੰ ਆਵਾਜ਼ ਮਾਰੀ ਅਤੇ ਉਸ ਨੂੰ ਕਿਹਾ ਕਿ ਮੈਨੂੰ ਮੇਰੇ ਕਮਰੇ ਵਿੱਚ ਛੱਡ ਆਵੇ। ਜਿਵੇਂ ਹੀ ਮੈਂ ਸੋਫੇ ਤੋਂ ਉੱਠੀ, ਮੇਰੀ ਸੱਸ ਹੌਲੀ ਜਿਹੇ ਮੇਰੇ ਕੋਲ ਆ ਕੇ ਬੋਲੀ, ਬੇਟੀ, ਕਮਰੇ ਵਿੱਚ ਜੋ ਕੁਝ ਵੀ ਹੋਵੇ ਉਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਉਹਨਾਂ ਵੱਲ ਦੇਖਿਆ ਤਾਂ ਉਹ ਕਹਿਣ ਲੱਗੀ, ਬੇਟੀ, ਕੁਝ ਗੱਲਾਂ ਚਾਰ ਦੀਵਾਰੀ ਦੇ ਅੰਦਰ ਹੀ ਚੰਗੀਆਂ ਲੱਗਦੀਆਂ ਹਨ। ਸਮਝਿਆ ਕਰ, ਕੋਈ ਤੈਨੂੰ ਕੁਝ ਵੀ ਪੁੱਛੇ ਤਾਂ ਕਦੇ ਵੀ ਆਪਣੇ ਕਮਰੇ ਦੀ ਕੋਈ ਗੱਲ ਕਿਸੇ ਨੂੰ ਨਾ ਦੱਸੀ, ਫਿਰ ਭਾਵੇਂ ਉਹ ਤੇਰੀ ਮਾਂ ਹੋਵੇ ਜਾਂ ਤੇਰੀ ਭੈਣ। ਆਪਣੀ ਸੱਸ ਦੀ ਗੱਲ ਦਾ ਮਤਲਬ ਸਮਝਦੇ ਹੋਏ ਮੈਂ ਸ਼ਰਮਾ ਗਈ ਅਤੇ ਕਿਹਾ ਕਿ ਤੁਸੀਂ ਬੇਫਿਕਰ ਰਹੋ, ਮੈਂ ਕਿਸੇ ਨੂੰ ਕੁਝ ਵੀ ਨਹੀਂ ਦੱਸਾਂਗੀ। ਮੇਰੀ ਸੱਸ ਨੇ ਪਿਆਰ ਨਾਲ ਮੇਰੇ ਸਿਰ 'ਤੇ ਹੱਥ ਰੱਖਿਆ ਅਤੇ ਕਹਿਣ ਲੱਗੀ, ਤੂੰ ਤਾਂ ਬਹੁਤ ਹੀ ਸਮਝਦਾਰ ਬੱਚੀ ਹੈ, ਬਸ ਇਸੇ ਤਰ੍ਹਾਂ ਸਮਝਦਾਰੀ ਨਾਲ ਕੰਮ ਲਵੇਂਗੀ ਤਾਂ ਹਮੇਸ਼ਾ ਖੁਸ਼ ਰਹੇਂਗੀ। ਮੈਂ ਮੁਸਕਰਾਉਂਦੇ ਹੋਏ ਨੌਕਰਾਣੀ ਦੇ ਪਿੱਛੇ ਆਪਣੇ ਕਮਰੇ ਵੱਲ ਚਲੀ ਗਈ ਅਤੇ ਇਹੀ ਸੋਚਦੀ ਰਹੀ ਕਿ ਮੈਂ ਕਿੰਨੀ ਖੁਸ਼ਨਸੀਬ ਹਾਂ ਜੋ ਮੈਨੂੰ ਇੰਨਾ ਵੱਡਾ ਅਤੇ ਅਮੀਰ ਸਹੁਰਾ ਘਰ ਮਿਲਿਆ ਹੈ ਅਤੇ ਸੱਸ ਸਹੁਰਾ ਵੀ ਇੰਨਾ ਪਿਆਰ ਕਰਨ ਵਾਲੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਮੇਰੀ ਖੂਬਸੂਰਤੀ ਅਤੇ ਸੇਵਾ ਨਾਲ ਪਤੀ ਵੀ ਮੇਰਾ ਹੋ ਜਾਵੇਗਾ ਅਤੇ ਮੈਂ ਇੱਕ ਮਹਾਰਾਣੀ ਵਾਲੀ ਜ਼ਿੰਦਗੀ ਗੁਜ਼ਾਰਾਂਗੀ। ਇਹਨਾਂ ਹੀ ਸੋਚਾਂ ਵਿੱਚ ਗੁੰਮ ਮੈਂ ਆਪਣੇ ਕਮਰੇ ਦੇ ਦਰਵਾਜ਼ੇ ਕੋਲ ਪਹੁੰਚੀ ਤਾਂ ਨੌਕਰਾਣੀ ਮੈਨੂੰ ਉੱਥੇ ਛੱਡ ਕੇ ਚਲੀ ਗਈ। ਮੈਂ ਜਿਵੇਂ ਹੀ ਕਮਰੇ ਦੇ ਦਰਵਾਜ਼ੇ 'ਤੇ ਹੱਥ ਰੱਖਿਆ ਤਾਂ ਉਹ ਆਪਣੇ ਆਪ ਹੀ ਖੁੱਲ੍ਹਦਾ ਚਲਾ ਗਿਆ। ਮੈਂ ਸੁਰਖ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਮੈਂ ਆਪਣਾ ਲਹਿੰਗਾ ਸੰਭਾਲਦੇ ਹੋਏ ਹੌਲੀ ਕਮਰੇ ਦੇ ਅੰਦਰ ਚਲੀ ਗਈ। ਕਮਰੇ ਦਾ ਦਰਵਾਜ਼ਾ ਸ਼ਾਇਦ ਆਟੋਮੈਟਿਕ ਸੀ ਕਿਉਂਕਿ ਉਹ ਆਪਣੇ ਆਪ ਹੀ ਬੰਦ ਹੋ ਗਿਆ ਸੀ। ਮੈਨੂੰ ਆਪਣਾ ਪਤੀ ਨਜ਼ਰ ਨਹੀਂ ਆਇਆ ਤਾਂ ਮੈਂ ਬੈੱਡ 'ਤੇ ਹੀ ਬੈਠ ਗਈ। ਕਮਰੇ ਵਿੱਚ ਹੀ ਵਾਸ਼ਰੂਮ ਸੀ। ਮੈਨੂੰ ਲੱਗਿਆ ਕਿ ਮੇਰਾ ਪਤੀ ਵਾਸ਼ਰੂਮ ਦੇ ਅੰਦਰ ਹੋਵੇਗਾ ਅਤੇ ਕੁਝ ਹੀ ਦੇਰ ਵਿੱਚ ਜਦੋਂ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ ਤਾਂ ਮੈਂ ਆਪਣਾ ਸਿਰ ਝੁਕਾ ਲਿਆ। ਘੁੰਡ ਤਾਂ ਮੈਂ ਪਹਿਲਾਂ ਹੀ ਕੱਢਿਆ ਹੋਇਆ ਸੀ। ਮੈਂ ਚਾਹੁੰਦੀ ਸੀ ਕਿ ਮੇਰਾ ਪਤੀ ਮੇਰਾ ਘੁੰਡ ਚੁੱਕੇ, ਮੇਰਾ ਚਿਹਰਾ ਦੇਖੇ ਅਤੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕਰੇ। ਹੌਲੀ ਪੈਰਾਂ ਦੀ ਆਵਾਜ਼ ਮੇਰੇ ਨੇੜੇ ਆਉਣ ਲੱਗੀ ਤਾਂ ਮੇਰਾ ਦਿਲ ਬੁਰੀ ਤਰ੍ਹਾਂ ਧੜਕਣ ਲੱਗਾ ਅਤੇ ਜਿਵੇਂ ਹੀ ਮੇਰੇ ਪਤੀ ਨੇ ਮੇਰਾ ਘੁੰਡ ਚੁੱਕਿਆ ਤਾਂ ਮੇਰੇ ਸਾਹ ਰੁਕ ਗਏ ਅਤੇ ਜੋ ਕੁਝ ਉਸਨੇ ਮੈਨੂੰ ਕਿਹਾ ਉਸ ਨੂੰ ਸੁਣ ਕੇ ਮੇਰੇ ਸਿਰ 'ਤੇ ਜਿਵੇਂ ਪਹਾੜ ਗਿਰ ਗਿਆ ਹੋਵੇ। ਮੈਂ ਰੋਂਦੀ ਹੋਈ ਕਮਰੇ ਵਿੱਚੋਂ ਭੱਜ ਕੇ ਆਪਣੇ ਸੱਸ ਸਹੁਰੇ ਕੋਲ ਪਹੁੰਚੀ ਜੋ ਅਜੇ ਤੱਕ ਡਰਾਇੰਗ ਰੂਮ ਵਿੱਚ ਹੀ ਬੈਠੇ ਸਨ। ਮੈਂ ਰੋਂਦੇ ਹੋਏ ਉਹਨਾਂ ਦੇ ਪੈਰਾਂ ਵਿੱਚ ਡਿੱਗ ਗਈ ਕਿਉਂਕਿ ਮੇਰੇ ਸਾਹਮਣੇ ਹਕੀਕਤ ਆ ਚੁੱਕੀ ਸੀ। ਮੇਰਾ ਨਾਮ ਅਵਨੀਤ ਹੈ ਅਤੇ ਮੇਰਾ ਸੰਬੰਧ ਬਠਿੰਡੇ ਨਾਲ ਹੈ। ਮੈਂ 12ਵੀਂ ਵਿੱਚ ਪੜ੍ਹਦੀ ਸੀ ਅਤੇ ਆਪਣਾ ਪਹਿਲਾ ਪੇਪਰ ਦੇ ਕੇ ਕਾਲਜ ਤੋਂ ਘਰ ਆ ਰਹੀ ਸੀ। ਇੰਨੀ ਗਰਮੀ ਵਿੱਚ ਡਰਾਇੰਗ ਰੂਮ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ ਅਤੇ ਡਰਾਇੰਗ ਰੂਮ ਵਿੱਚ ਕੁਝ ਮਹਿਮਾਨ ਬੈਠੇ ਹੋਏ ਸਨ। ਪਤਾ ਨਹੀਂ ਹੁਣ ਕੌਣ ਆ ਗਿਆ ਸੀ। ਮੈਂ ਪਹਿਲਾਂ ਹੀ ਬਹੁਤ ਥੱਕੀ ਹੋਈ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਦਾ ਸਾਡੇ ਘਰ ਦਾ ਮਾਹੌਲ ਚੱਲ ਰਿਹਾ ਸੀ,
ਮੈਂ ਸਿਰਫ ਸਰੀਰ ਤੋਂ ਵੀ ਨਹੀਂ ਬਲਕਿ ਦਿਮਾਗੀ ਤੌਰ ਤੇ ਵੀ ਬਹੁਤ ਜ਼ਿਆਦਾ ਥੱਕੀ ਹੋਈ ਸੀ। ਮੇਰੀ ਵੱਡੀ ਭੈਣ ਰਮਨਾ ਨੇ ਅਚਾਨਕ ਹੀ ਆਤਮ ਹੱਤਿਆ ਕਰ ਲਈ ਸੀ ਅਤੇ ਉਸ ਦੀ ਆਤਮ ਹੱਤਿਆ ਨੇ ਸਾਨੂੰ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਰਮਨਾ ਨੇ ਆਤਮ ਹੱਤਿਆ ਕਿਉਂ ਕੀਤੀ ਹੈ। ਅਸੀਂ ਇੱਕ ਗਰੀਬ ਘਰ ਨਾਲ ਸੰਬੰਧ ਰੱਖਣ ਵਾਲੇ ਲੋਕ ਸੀ ਅਤੇ ਸਾਡੀ ਸੁਸਾਇਟੀ ਵਿੱਚ ਅਜਿਹੀਆਂ ਗੱਲਾਂ ਤਾਂ ਬਹੁਤ ਹੀ ਬਦਨਾਮੀ ਦਾ ਸਬਬ ਬਣਦੀਆਂ ਹਨ। ਰਮਨਾ ਦਾ ਤਾਂ ਰਿਸ਼ਤਾ ਵੀ ਪੱਕਾ ਹੋ ਚੁੱਕਿਆ ਸੀ, ਇਸ ਲਈ ਮੰਮੀ ਪਾਪਾ ਨੂੰ ਇਸ ਗੱਲ ਦੀ ਚਿੰਤਾ ਹੋ ਰਹੀ ਸੀ ਕਿ ਜੇਕਰ ਉਸਦੇ ਸਹੁਰੇ ਵਾਲਿਆਂ ਤੱਕ ਇਹ ਗੱਲ ਪਹੁੰਚੀ ਤਾਂ ਬਹੁਤ ਬਦਨਾਮੀ ਹੋ ਜਾਵੇਗੀ। ਇਸ ਲਈ ਪਾਪਾ ਨੇ ਰਾਤ ਦੇ ਹਨੇਰੇ ਵਿੱਚ ਹੀ ਰਮਨਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਇਹੀ ਦੱਸਿਆ ਸੀ ਕਿ ਰਮਨਾ ਆਪਣੀ ਮਾਸੀ ਦੇ ਘਰ ਗਈ ਹੈ। ਮੰਮੀ ਤੇ ਪਾਪਾ ਦਾ ਇਹੀ ਖਿਆਲ ਸੀ ਕਿ ਉਹ ਬਾਅਦ ਵਿੱਚ ਕੋਈ ਵੀ ਬਹਾਨਾ ਬਣਾ ਕੇ ਇਸ ਰਿਸ਼ਤੇ ਨੂੰ ਤੋੜ ਦੇਣਗੇ ਅਤੇ ਇਸ ਤਰ੍ਹਾਂ ਕਿਸੇ ਨੂੰ ਵੀ ਰਮਨਾ ਦੀ ਆਤਮ ਹੱਤਿਆ ਦਾ ਪਤਾ ਨਹੀਂ ਲੱਗੇਗਾ ਅਤੇ ਬਾਅਦ ਵਿੱਚ ਅਸੀਂ ਮਾਸੀ ਦੇ ਘਰ ਜਾਵਾਂਗੇ ਅਤੇ ਆ ਕੇ ਸਭ ਨੂੰ ਇਹ ਕਹਿ ਦੇਵਾਂਗੇ ਕਿ ਅਸੀਂ ਰਮਨਾ ਦਾ ਵਿਆਹ ਉੱਥੇ ਹੀ ਕਰ ਦਿੱਤਾ ਹੈ। ਅਸਲ ਵਿੱਚ ਪਾਪਾ ਨੂੰ ਇਸ ਗੱਲ ਦਾ ਡਰ ਸੀ ਕਿ ਜੇਕਰ ਖਾਨਦਾਨ ਵਾਲਿਆਂ ਨੂੰ ਅਤੇ ਰਮਨਾ ਦੇ ਸਹੁਰੇ ਵਾਲਿਆਂ ਨੂੰ ਰਮਨਾ ਦੀ ਆਤਮ ਹੱਤਿਆ ਦਾ ਪਤਾ ਲੱਗਿਆ ਤਾਂ ਉਹ ਉਸਦੇ ਚਰਿੱਤਰ ਤੇ ਉਂਗਲੀ ਚੁੱਕਣਗੇ ਅਤੇ ਫਿਰ ਬਾਕੀ ਭੈਣਾਂ ਦਾ ਰਿਸ਼ਤਾ ਹੋਣਾ ਵੀ ਔਖਾ ਹੋ ਜਾਵੇਗਾ। ਆਪਣੀਆਂ ਦੂਜੀਆਂ ਧੀਆਂ ਦੇ ਬਾਰੇ ਵਿੱਚ ਸੋਚਦੇ ਹੋਏ ਪਾਪਾ ਨੇ ਆਪਣੇ ਇੰਨੇ ਵੱਡੇ ਗਮ ਨੂੰ ਦਿਲ ਵਿੱਚ ਲੁਕੋ ਕੇ ਰਮਨਾ ਦਾ ਰਾਤ ਦੇ ਹਨੇਰੇ ਵਿੱਚ ਹੀ ਅੰਤਿਮ ਸੰਸਕਾਰ ਕਰ ਦਿੱਤਾ ਸੀ ਅਤੇ ਉਹ ਰਾਜ ਵੀ ਰਮਨਾ ਦੇ ਨਾਲ ਹੀ ਮਿਟ ਚੁੱਕਿਆ ਸੀ ਕਿ ਉਸਨੇ ਭਰੀ ਜਵਾਨੀ ਵਿੱਚ ਆਤਮ ਹੱਤਿਆ ਕਿਉਂ ਕੀਤੀ ਸੀ, ਜਦੋਂ ਕਿ ਉਹ ਆਪਣੇ ਰਿਸ਼ਤੇ ਤੋਂ ਵੀ ਖੁਸ਼ ਸੀ ਅਤੇ ਆਪਣੇ ਵਿਆਹ ਨੂੰ ਲੈ ਕੇ ਵੀ ਬਹੁਤ ਖੁਸ਼ ਸੀ ਕਿਉਂਕਿ ਇਹ ਵਿਆਹ ਉਸਦੀ ਪਸੰਦ ਨਾਲ ਹੋ ਰਿਹਾ ਸੀ। ਪਰ ਫਿਰ ਅਚਾਨਕ ਹੀ ਉਹ ਸਭ ਕੁਝ ਛੱਡ ਗਈ ਸੀ। ਨਾ ਹੀ ਮੈਂ ਆਪਣੀ ਜੁੜਵਾ ਭੈਣ ਦੇ ਮਰਨ ਤੇ ਹੰਝੂ ਵਹਾ ਸਕੀ ਅਤੇ ਨਾ ਹੀ ਖੁੱਲ੍ਹ ਕੇ ਆਪਣੇ ਦੁੱਖ ਦਾ ਇਜ਼ਹਾਰ ਕਰ ਸਕੀ ਸੀ, ਬਲਕਿ ਦੁਨੀਆ ਦੇ ਸਾਹਮਣੇ ਤਾਂ ਸਾਨੂੰ ਮੁਸਕਰਾਉਣਾ ਹੀ ਪੈਂਦਾ ਸੀ। ਉੱਪਰ ਤੋਂ ਇਹ ਸੋਚ ਕੇ ਮੈਂ ਦੁਖੀ ਹੋ ਜਾਂਦੀ ਸੀ ਕਿ ਮੇਰੀ ਹੱਸਦੀ ਬੋਲਦੀ ਭੈਣ ਨੇ ਅਚਾਨਕ ਰਾਤ ਦੇ ਹਨੇਰੇ ਵਿੱਚ ਆਪਣੀ ਜਾਨ ਕਿਉਂ ਲੈ ਲਈ। ਨਾ ਹੀ ਉਸਨੂੰ ਕੋਈ ਪਰੇਸ਼ਾਨੀ ਸੀ ਅਤੇ ਨਾ ਹੀ ਕੋਈ ਅਜਿਹੀ ਗੱਲ ਸੀ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਹਾਰ ਜਾਂਦੀ। ਉਹ ਆਪਣੇ ਮੰਗੇਤਰ ਅਭਿਜੀਤ ਨੂੰ ਵੀ ਬਹੁਤ ਪਿਆਰ ਕਰਦੀ ਸੀ ਅਤੇ ਜੇਕਰ ਅਜਿਹਾ ਕੁਝ ਹੈ ਵੀ ਸੀ ਤਾਂ ਰਮਨਾ ਨੇ ਸਾਡੇ ਕਿਸੇ ਕੋਲ ਜ਼ਿਕਰ ਕਿਉਂ ਨਹੀਂ ਕੀਤਾ ਸੀ। ਰਮਨਾ ਨੂੰ ਗਏ ਹੋਏ ਮਹੀਨਾ ਹੋਣ ਵਾਲਾ ਸੀ, ਪਰ ਮੈਂ ਦਿਮਾਗੀ ਤੌਰ ਤੇ ਹਲੇ ਵੀ ਠੀਕ ਨਹੀਂ ਹੋਈ ਸੀ। ਘਰ ਦਾ ਮਾਹੌਲ ਵੀ ਬਹੁਤ ਉਦਾਸ ਸੀ। ਅੱਜ ਜਦੋਂ ਮੈਂ ਦੇਖਿਆ ਕਿ ਘਰ ਵਿੱਚ ਮਹਿਮਾਨ ਆਏ ਹੋਏ ਹਨ ਤਾਂ ਮੈਂ ਡਰਾਇੰਗ ਰੂਮ ਵਿੱਚ ਝਾਕਣ ਦੀ ਬਜਾਏ ਮਹਿਮਾਨਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਹੀ ਠੀਕ ਸਮਝਿਆ। ਉਂਝ ਵੀ ਮੰਮੀ ਮਹਿਮਾਨਾਂ ਦੀ ਖਾਤਰਦਾਰੀ ਵਿੱਚ ਹੀ ਉਲਝੀ ਹੋਈ ਸੀ। ਸਾਡੇ ਘਰ ਆਏ ਦਿਨ ਹੀ ਕੋਈ ਨਾ ਕੋਈ ਮਹਿਮਾਨ ਆਇਆ ਰਹਿੰਦਾ ਸੀ। ਮੈਂ ਸੋਚਿਆ ਕਿ ਉਹਨਾਂ ਦੇ ਜਾਣ ਤੋਂ ਬਾਅਦ ਮੰਮੀ ਆਪਣੇ ਆਪ ਹੀ ਦੱਸ ਦੇਵੇਗੀ ਕਿ ਕੌਣ ਆਇਆ ਸੀ, ਪਰ ਜਦੋਂ ਮੰਮੀ ਮੇਰੇ ਕੋਲ ਕਮਰੇ ਵਿੱਚ ਆਏ ਤਾਂ ਇੱਕ ਅਜਿਹੀ ਗੱਲ ਦੱਸੀ ਜਿਸ ਨੂੰ ਸੁਣ ਕੇ ਮੈਂ ਉਲਝਣ ਵਿੱਚ ਪੈ ਗਈ। ਮੰਮੀ ਕਹਿ ਰਹੀ ਸੀ ਕਿ ਰਮਨਾ ਦੇ ਸੱਸ ਸਹੁਰਾ ਆਏ ਹਨ ਕਿਉਂਕਿ ਤੇਰੇ ਪਾਪਾ ਨੇ ਉਹਨਾਂ ਨੂੰ ਕੋਈ ਬਹਾਨਾ ਬਣਾ ਕੇ ਰਿਸ਼ਤਾ ਤੋੜਨ ਦੀ ਗੱਲ ਕੀਤੀ ਸੀ, ਪਰ ਉਹ ਕਿਸੇ ਵੀ ਕੀਮਤ ਤੇ ਰਿਸ਼ਤਾ ਤੋੜਨਾ ਨਹੀਂ ਚਾਹੁੰਦੇ। ਉਹਨਾਂ ਦਾ ਮੁੰਡਾ ਰਮਨਾ ਨੂੰ ਬਹੁਤ ਪਿਆਰ ਕਰਦਾ ਹੈ, ਉਹ ਉਸਦੇ ਬਿਨਾਂ ਨਹੀਂ ਰਹਿ ਸਕਦਾ ਅਤੇ ਇਸ ਰਿਸ਼ਤੇ ਨੂੰ ਬਚਾਉਣ ਲਈ ਉਹਨਾਂ ਨੇ ਇੱਕ ਆਫਰ ਦਿੱਤੀ ਹੈ। ਆਫਰ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ, ਪਰ ਜਦੋਂ ਮੰਮੀ ਨੇ ਉਹਨਾਂ ਦੀ ਆਫਰ ਮੈਨੂੰ ਦੱਸੀ ਤਾਂ ਮੈਨੂੰ ਲੱਗਿਆ ਕਿ ਰਮਨਾ ਦੀ ਮੌਤ ਦੇ ਸਦਮੇ ਨੇ ਸ਼ਾਇਦ ਮੰਮੀ ਦਾ ਦਿਮਾਗ ਖਰਾਬ ਕਰ ਦਿੱਤਾ ਹੈ ਜਾਂ ਫਿਰ ਮੇਰੇ ਸੁਣਨ ਵਿੱਚ ਹੀ ਕੋਈ ਗਲਤੀ ਹੋ ਗਈ ਹੈ। ਪਰ ਮੰਮੀ ਨੇ ਦੁਬਾਰਾ ਫਿਰ ਉਹੀ ਗੱਲ ਦੁਹਰਾਈ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਮੰਮੀ ਕਹਿ ਰਹੀ ਸੀ ਕਿ ਕੁਝ ਦੇਰ ਪਹਿਲਾਂ ਤੇਰੇ ਪਾਪਾ ਨੇ ਫੋਨ ਤੇ ਉਹਨਾਂ ਨੂੰ ਰਿਸ਼ਤੇ ਲਈ ਮਨਾ ਕਰ ਦਿੱਤਾ ਤਾਂ ਉਹ ਦੁਬਾਰਾ ਰਿਸ਼ਤਾ ਲੈ ਕੇ ਆਏ ਅਤੇ ਉਹ ਹਰ ਹਾਲ ਵਿੱਚ ਆਪਣੇ ਮੁੰਡੇ ਲਈ ਰਮਨਾ ਦਾ ਹੀ ਰਿਸ਼ਤਾ ਲੈਣਾ ਚਾਹੁੰਦੇ ਹਨ। ਇੱਥੋਂ ਤੱਕ ਤਾਂ ਇਹ ਗੱਲ ਜ਼ਿਆਦਾ ਹੈਰਾਨ ਕਰਨ ਵਾਲੀ ਨਹੀਂ ਸੀ, ਪਰ ਅਸਲ ਗੱਲ ਤਾਂ ਬਹੁਤ ਹੀ ਹੈਰਾਨ ਕਰਨ ਵਾਲੀ ਸੀ ਜੋ ਮੰਮੀ ਨੇ ਉਸ ਤੋਂ ਬਾਅਦ ਮੈਨੂੰ ਦੱਸੀ ਕਿ ਉਹ ਵਿਆਹ ਤੋਂ ਬਾਅਦ ਸਾਨੂੰ 50 ਲੱਖ ਰੁਪਏ ਦੇਣ ਲਈ ਤਿਆਰ ਹਨ ਅਤੇ ਇਹ ਗੱਲ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ। ਮੰਮੀ ਰੋਂਦੇ ਹੋਏ ਕਹਿਣ ਲੱਗੀ ਕਿ ਦੇਖ ਰਮਨਾ ਦੀ ਕਿਸਮਤ ਕਿਵੇਂ ਬਦਲਣ ਵਾਲੀ ਸੀ। ਉਸਦੇ ਲਈ ਇੰਨੇ ਵੱਡੇ ਘਰਾਂ ਵਾਲੇ ਰਿਸ਼ਤੇ ਲਈ ਤੜਪ ਰਹੇ ਹਨ। ਉਸਨੇ ਪਤਾ ਨਹੀਂ ਕਿਸ ਦੇ ਪਿੱਛੇ ਆਪਣੀ ਜਾਨ ਲੈ ਲਈ, ਜਦੋਂ ਕਿ ਉਹ ਤਾਂ ਖੁਦ ਵੀ ਕਮਲ ਨੂੰ ਪਿਆਰ ਕਰਦੀ ਸੀ। ਜੇਕਰ ਅੱਜ ਉਹ ਜਿਉਂਦੀ ਹੁੰਦੀ ਤਾਂ ਸਾਡੇ ਹਾਲਾਤ ਹੀ ਬਦਲ ਜਾਂਦੇ। ਅਸੀਂ ਉਸ ਦਾ ਧੂਮਧਾਮ ਨਾਲ ਵਿਆਹ ਕਰਦੇ ਅਤੇ 50 ਲੱਖ ਰੁਪਏ ਵੀ ਮਿਲ ਜਾਂਦੇ। ਇਸ ਗਰੀਬੀ ਵਾਲੀ ਜ਼ਿੰਦਗੀ ਤੋਂ ਸਾਡੀ ਵੀ ਜਾਨ ਛੁੱਟ ਜਾਂਦੀ। ਮੈਨੂੰ ਤਾਂ ਹਲੇ ਤੱਕ ਮੰਮੀ ਦੀ ਗੱਲ ਹੀ ਹਜਮ ਨਹੀਂ ਹੋਈ ਸੀ। ਮੈਂ ਮੰਮੀ ਨੂੰ ਕਿਹਾ ਕਿ ਇਹ ਕੌਣ ਹਨ ਜੋ ਰਮਨਾ ਨੂੰ ਆਪਣੇ ਘਰ ਦੀ ਬਹੂ ਬਣਾਉਣ ਲਈ 50 ਲੱਖ ਰੁਪਏ ਦੇਣ ਲਈ ਵੀ ਰਾਜੀ ਹਨ। ਮੰਨਿਆ ਕਿ ਉਹ ਬਹੁਤ ਸੋਹਣੀ ਅਤੇ ਜਵਾਨ ਸੀ, ਪਰ ਇਸ ਦਾ ਮਤਲਬ ਇਹ ਤਾਂ ਨਹੀਂ
ਕਿ ਕੋਈ ਉਸ ਨਾਲ ਵਿਆਹ ਕਰਨ ਲਈ 50 ਲੱਖ ਰੁਪਏ ਦੇ ਦੇਵੇ। ਮੈਂ ਵੀ ਤਾਂ ਰਮਨਾ ਨਾਲ ਮਿਲਦੀ ਜੁਲਦੀ ਹਾਂ, ਤਾਂ ਇਸ ਦਾ ਕੀ ਮਤਲਬ ਹੈ ਕਿ ਕੋਈ ਮੇਰੇ ਨਾਲ ਵਿਆਹ ਕਰਨ ਲਈ ਇੰਨੀ ਵੱਡੀ ਰਕਮ ਦੇ ਦੇਵੇਗਾ। ਕਮਲ ਤਾਂ ਪਿਆਰ ਵਿੱਚ ਪਾਗਲ ਹੋ ਗਿਆ ਹੈ। ਮੇਰੀ ਗੱਲ ਸੁਣ ਕੇ ਮੰਮੀ ਹੈਰਾਨ ਹੋ ਗਈ ਅਤੇ ਕਹਿਣ ਲੱਗੀ, ਅਵਨੀਤ, ਇਹ ਗੱਲ ਤੂੰ ਬਿਲਕੁਲ ਠੀਕ ਕਹੀ ਹੈ। ਤੂੰ ਤਾਂ ਮੇਰਾ ਬਹੁਤ ਵੱਡਾ ਮਸਲਾ ਹੱਲ ਕਰ ਦਿੱਤਾ। ਮੰਮੀ ਦੀ ਗੱਲ ਸੁਣ ਕੇ ਮੈਂ ਮੰਮੀ ਵੱਲ ਦੇਖਣ ਲੱਗੀ। ਮੰਮੀ ਦੇ ਚਿਹਰੇ ਤੇ ਅਚਾਨਕ ਹੀ ਮੁਸਕਰਾਹਟ ਆ ਗਈ ਸੀ। ਮੈਂ ਹੈਰਾਨੀ ਨਾਲ ਮੰਮੀ ਦੇ ਚਿਹਰੇ ਦੇ ਬਦਲਦੇ ਹੋਏ ਹਾਵ ਭਾਵ ਨੂੰ ਦੇਖ ਰਹੀ ਸੀ। ਮੰਮੀ ਕਹਿਣ ਲੱਗੀ ਕਿ ਤੂੰ ਹੀ ਤਾਂ ਮੈਨੂੰ ਯਾਦ ਦਿਵਾਇਆ ਹੈ ਕਿ ਤੂੰ ਰਮਨਾ ਵਰਗੀ ਹੀ ਹੈ। ਮੈਂ ਤੇਰੀ ਮਾਂ ਹਾਂ ਅਤੇ ਮੈਨੂੰ ਵੀ ਇਹ ਫਰਕ ਮੁਸ਼ਕਿਲ ਨਾਲ ਨਜ਼ਰ ਆਉਂਦਾ ਹੈ, ਤਾਂ ਦੂਜੇ ਨੂੰ ਕੀ ਪਤਾ ਚੱਲੇਗਾ। ਜੇਕਰ ਅੱਜ ਤੋਂ ਮੈਂ ਤੈਨੂੰ ਅਵਨੀਤ ਦੀ ਬਜਾਏ ਰਮਨਾ ਕਹਿ ਕੇ ਬੁਲਾਵਾਂ ਤਾਂ ਦੁਨੀਆ ਬਹੁਤ ਆਸਾਨੀ ਨਾਲ ਧੋਖਾ ਖਾ ਜਾਵੇਗੀ। ਮੈਂ ਨਾ ਵਿੱਚ ਸਿਰ ਹਿਲਾਇਆ ਅਤੇ ਆਪਣੀ ਮੰਮੀ ਨੂੰ ਕਿਹਾ, ਇਹ ਕਿਸੇ ਤਰ੍ਹਾਂ ਵੀ ਮੁਮਕਿਨ ਨਹੀਂ ਹੈ। ਮੈਂ ਹਲੇ ਕਾਲਜ ਜਾਂਦੀ ਹਾਂ ਅਤੇ ਮੇਰੀ ਪੜ੍ਹਾਈ ਅਧੂਰੀ ਹੈ। ਮੈਂ ਰਮਨਾ ਦੀ ਜਗ੍ਹਾ ਵਿਆਹ ਨਹੀਂ ਕਰ ਸਕਦੀ। ਉਸਦੇ ਸਹੁਰੇ ਘਰ ਵਾਲੇ ਜੇਕਰ ਮੈਨੂੰ ਪਹਿਚਾਣ ਗਏ ਤਾਂ ਕਦੇ ਨਾ ਕਦੇ ਸੱਚਾਈ ਖੁੱਲ੍ਹ ਜਾਵੇਗੀ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਤਬਾਹ ਹੋ ਜਾਵੇਗੀ। ਮੰਮੀ ਕਹਿਣ ਲੱਗੀ, ਬੇਵਕੂਫ ਵਾਲੀਆਂ ਗੱਲਾਂ ਨਾ ਕਰ। ਤੇਰੇ ਇਸ ਵਿਆਹ ਨਾਲ ਸਾਡੀ ਸਭ ਦੀ ਜ਼ਿੰਦਗੀ ਬਦਲ ਜਾਵੇਗੀ ਅਤੇ ਤੂੰ ਵੀ ਰਾਜ ਕਰੇਂਗੀ। ਕਿ ਸਾਰੀ ਜ਼ਿੰਦਗੀ ਗਰੀਬੀ ਦੀ ਹਾਲਤ ਵਿੱਚ ਆਪਣੇ ਬਾਪ ਦੀ ਦਿਹਾੜੀ ਤੇ ਹੀ ਗੁਜ਼ਾਰ ਦੇਵੇਂਗੀ। ਤੇਰੀ ਭੈਣ ਨੇ ਤਾਂ ਰਾਤ ਦੇ ਹਨੇਰੇ ਵਿੱਚ ਆਤਮ ਹੱਤਿਆ ਕਰਕੇ ਸਾਡੇ ਮੂੰਹ ਤੇ ਕਲੰਕ ਫੇਰ ਦਿੱਤੀ ਹੈ। ਹੁਣ ਘੱਟ ਤੋਂ ਘੱਟ ਤੂੰ ਹੀ ਸਾਡੀ ਇੱਜ਼ਤ ਦਾ ਖਿਆਲ ਰੱਖ ਲੈ। ਚੰਗੀ ਤਰ੍ਹਾਂ ਸੋਚ ਲੈ, ਕਿਸਮਤ ਵਾਰ-ਵਾਰ ਅਜਿਹਾ ਮੌਕਾ ਨਹੀਂ ਦਿੰਦੀ। ਜੋ ਮੁੰਡਾ ਇਹ ਵਿਆਹ ਕਰਨ ਲਈ ਲੱਖਾਂ ਰੁਪਏ ਦੇ ਸਕਦਾ ਹੈ, ਉਹ ਤੈਨੂੰ ਵੀ ਰਾਣੀ ਬਣਾ ਕੇ ਰੱਖੇਗਾ। ਜਰਾ ਸੋਚ ਤਾਂ ਸਹੀ। ਰਮਨਾ ਤਾਂ ਹੁਣ ਸਾਡੇ ਵਿਚਕਾਰ ਨਹੀਂ ਰਹੀ, ਪਰ ਜੇਕਰ ਉਸਦਾ ਨਾਮ ਅਤੇ ਉਸਦੀ ਪਹਿਚਾਣ ਸਾਡੀ ਜ਼ਿੰਦਗੀ ਬਦਲ ਸਕਦੇ ਹਨ ਤਾਂ ਸਾਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਮੰਮੀ ਦੇ ਦਿਮਾਗ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਅਤੇ ਮੈਂ ਇਹ ਸੋਚ ਰਹੀ ਸੀ ਕਿ ਜੋ ਮੁੰਡਾ ਰਮਨਾ ਨੂੰ ਇੰਨਾ ਪਿਆਰ ਕਰਦਾ ਹੈ, ਉਸ ਨੂੰ ਇਸ ਤਰ੍ਹਾਂ ਧੋਖਾ ਦੇਣਾ ਕੀ ਠੀਕ ਹੋਵੇਗਾ। ਅਗਲੇ 2 ਦਿਨਾਂ ਤੱਕ ਉੱਠਦੇ ਬੈਠਦੇ ਮੰਮੀ ਮੈਨੂੰ ਇਹੀ ਗੱਲ ਸਮਝਾਉਂਦੀ ਰਹੀ ਕਿ ਇਸ ਵਿੱਚ ਸਾਡੀ ਸਭ ਦੀ ਭਲਾਈ ਹੈ। ਇਸ ਨਾਲ ਸਾਡੇ ਘਰ ਦੇ ਹਾਲਾਤ ਵੀ ਬਦਲ ਜਾਣਗੇ ਅਤੇ ਮੇਰੀ ਜ਼ਿੰਦਗੀ ਬਣ ਜਾਵੇਗੀ। ਮੇਰੀਆਂ ਦੋਵੇਂ ਛੋਟੀਆਂ ਭੈਣਾਂ ਦਾ ਵਿਆਹ ਵੀ ਧੂਮ-ਧਾਮ ਨਾਲ ਹੋ ਜਾਵੇਗਾ। ਮੰਮੀ ਨੇ ਮੈਨੂੰ ਇੰਨਾ ਮਜਬੂਰ ਕਰ ਦਿੱਤਾ ਸੀ ਕਿ ਮੇਰੇ ਮਨਾ ਕਰਨ ਦੀ ਗੁੰਜਾਇਸ਼ ਹੀ ਨਹੀਂ ਬਚੀ ਸੀ ਅਤੇ ਦੁਨੀਆ ਦੀਆਂ ਨਜ਼ਰਾਂ ਵਿੱਚ ਮੈਂ ਅਵਨੀਤ ਤੋਂ ਰਮਨਾ ਬਣ ਗਈ ਸੀ। ਮੰਮੀ ਨੇ ਰਮਨਾ ਦੇ ਸਹੁਰੇ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਅਸੀਂ ਇਸ ਵਿਆਹ ਲਈ ਰਾਜੀ ਹਾਂ ਅਤੇ ਰਮਨਾ ਆਪਣੀ ਮਾਸੀ ਦੇ ਘਰ ਤੋਂ ਵਾਪਸ ਆ ਰਹੀ ਹੈ। ਤੁਸੀਂ ਜਲਦੀ ਤੋਂ ਜਲਦੀ ਵਿਆਹ ਦੀਆਂ ਤਿਆਰੀਆਂ ਕਰੋ। ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਗਏ ਸਨ। ਅਗਲੇ ਹੀ ਦਿਨ ਮੇਰੇ ਸੱਸ ਸਹੁਰਾ ਬਹੁਤ ਸਾਰਾ ਸਮਾਨ ਅਤੇ ਮਹਿੰਗੇ ਗਿਫਟ ਲੈ ਕੇ ਸਾਡੇ ਘਰ ਆਏ ਅਤੇ ਮੰਮੀ ਨੇ ਮੈਨੂੰ ਤਿਆਰ ਕਰਕੇ ਉਹਨਾਂ ਦੇ ਸਾਹਮਣੇ ਬਿਠਾ ਦਿੱਤਾ। ਮੇਰੀ ਅਤੇ ਰਮਨਾ ਦੀ ਸ਼ਕਲ ਇੰਨੀ ਮਿਲਦੀ ਜੁਲਦੀ ਸੀ ਕਿ ਸਾਡੇ ਰਿਸ਼ਤੇਦਾਰ ਵੀ ਧੋਖਾ ਖਾ ਜਾਂਦੇ ਸਨ। ਰਮਨਾ ਦੇ ਸਹੁਰੇ ਘਰ ਵਾਲੇ ਤਾਂ ਮੈਨੂੰ ਪਹਿਚਾਣ ਹੀ ਨਹੀਂ ਸਕਦੇ ਸਨ। ਉਹ ਬਹੁਤ ਆਸਾਨੀ ਨਾਲ ਧੋਖਾ ਖਾ ਗਏ ਅਤੇ ਮੈਂ ਰਮਨਾ ਦੀ ਜਗ੍ਹਾ ਲੈ ਲਈ। ਮੰਮੀ ਆਪਣੀ ਇਸ ਬੇਈਮਾਨੀ ਨੂੰ ਆਪਣੀ ਅਕਲਮੰਦੀ ਸਮਝ ਕੇ ਬਹੁਤ ਖੁਸ਼ ਸੀ, ਜਦੋਂ ਕਿ ਮੈਨੂੰ ਇਹ ਡਰ ਸਤਾ ਰਿਹਾ ਸੀ ਕਿ ਜੇਕਰ ਕਦੇ ਇਹ ਰਾਜ਼ ਖੁੱਲ੍ਹ ਗਿਆ ਤਾਂ ਸਭ ਕੁਝ ਖਤਮ ਹੋ ਜਾਵੇਗਾ। ਮੇਰੇ ਸਹੁਰੇ ਵਾਲਿਆਂ ਨੇ 1-2 ਵਾਰ ਅਵਨੀਤ ਮਤਲਬ ਕਿ ਮੇਰੇ ਬਾਰੇ ਵਿੱਚ ਵੀ ਪੁੱਛਿਆ ਸੀ ਅਤੇ ਮੰਮੀ ਨੇ ਗੱਲਾਂ ਵਿੱਚ ਹੀ ਉਹਨਾਂ ਦੀ ਗੱਲ ਟਾਲ ਦਿੱਤੀ। ਮੰਮੀ ਨੇ ਇੰਨੀ ਜਲਦੀ ਕੀਤੀ ਕਿ ਮੇਰੇ ਸਹੁਰੇ ਨੇ ਮੰਮੀ ਦੇ ਹੱਥ ਤੇ 50 ਲੱਖ ਰੁਪਏ ਰੱਖ ਕੇ 1 ਹਫ਼ਤੇ ਵਿੱਚ ਹੀ ਮੇਰਾ ਵਿਆਹ ਆਪਣੇ ਮੁੰਡੇ ਨਾਲ ਕਰਵਾ ਦਿੱਤਾ ਅਤੇ ਮੈਂ ਵਿਦਾ ਹੋ ਕੇ ਆਪਣੇ ਪਤੀ ਦੇ ਘਰ ਪਹੁੰਚ ਗਈ। ਵਿਦਾਈ ਤੋਂ ਪਹਿਲਾਂ ਮੰਮੀ ਨੇ ਮੈਨੂੰ ਸਖਤੀ ਨਾਲ ਕਿਹਾ ਸੀ ਕਿ ਮੈਂ ਕਦੇ ਵੀ ਇਸ ਗੱਲ ਨੂੰ ਆਪਣੇ ਪਤੀ ਅਤੇ ਸਹੁਰਿਆਂ ਦੇ ਸਾਹਮਣੇ ਜ਼ਾਹਰ ਨਾ ਹੋਣ ਦੇਵਾਂ ਕਿ ਮੈਂ ਰਮਨਾ ਨਹੀਂ ਬਲਕਿ ਅਵਨੀਤ ਹਾਂ। 50 ਲੱਖ ਰੁਪਏ ਦੇਖ ਕੇ ਮੰਮੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ ਅਤੇ ਮੰਮੀ ਨੇ ਮੈਨੂੰ ਹੌਲੇ ਜਿਹੇ ਕਿਹਾ ਸੀ ਕਿ ਵਿਆਹ ਤੋਂ ਬਾਅਦ ਵੀ ਤੂੰ ਆਪਣੇ ਪਤੀ ਦੇ ਪੈਸਿਆਂ ਨਾਲ ਸਾਡੀ ਮਦਦ ਕਰਦੀ ਰਹੀ। ਜਦੋਂ ਮੈਂ ਆਪਣੇ ਸਹੁਰੇ ਘਰ ਪਹੁੰਚੀ ਤਾਂ ਅਜਿਹਾ ਆਲੀਸ਼ਾਨ ਘਰ ਅਤੇ ਕੀਮਤੀ ਚੀਜ਼ਾਂ ਦੇਖ ਕੇ ਹੈਰਾਨ ਰਹਿ ਗਈ ਅਤੇ ਫਿਰ ਸੱਸ ਵੱਲੋਂ ਮਿਲਣ ਵਾਲੇ ਹੀਰਿਆਂ ਦੇ ਹਾਰ ਨੇ ਤਾਂ ਮੈਨੂੰ ਅੰਨਾ ਹੀ ਕਰ ਦਿੱਤਾ ਸੀ। ਮੈਂ ਭੁੱਲ ਗਈ ਸੀ ਕਿ 2 ਮਹੀਨੇ ਪਹਿਲਾਂ ਹੀ ਮੇਰੀ ਜਵਾਨ ਭੈਣ ਮੈਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕੀ ਸੀ ਅਤੇ ਅੱਜ ਮੈਂ ਉਸ ਦਾ ਨਾਂ ਵਰਤ ਕੇ ਉਸ ਦੀ ਜਗ੍ਹਾ ਦੁਲਹਨ ਬਣ ਕੇ ਬੈਠੀ ਹਾਂ। ਮੈਂ ਤਾਂ ਇਸ ਨੂੰ ਆਪਣੀ ਖੁਸ਼ਕਿਸਮਤੀ ਸਮਝ ਰਹੀ ਸੀ, ਪਰ ਜਦੋਂ ਮੈਂ ਕਮਰੇ ਵਿੱਚ ਪਹੁੰਚੀ ਅਤੇ ਮੇਰੇ ਪਤੀ ਨੇ ਮੇਰਾ ਘੁੰਡ ਚੁੱਕਿਆ ਤਾਂ ਮੈਨੂੰ ਪਤਾ ਚੱਲਿਆ ਕਿ ਇਹ ਮੇਰੀ ਖੁਸ਼ਕਿਸਮਤੀ ਨਹੀਂ ਬਲਕਿ ਬਹੁਤ ਵੱਡਾ ਦੁੱਖਾਂ ਦਾ ਪਹਾੜ ਹੈ। ਮੈਂ ਉਲਟੇ ਪੈਰ ਭੱਜਦੀ ਹੋਈ ਆਪਣੀ ਸੱਸ ਦੇ ਕੋਲ ਗਈ ਅਤੇ ਉਹਨਾਂ ਦੇ ਪੈਰਾਂ ਵਿੱਚ ਗਿਰ ਕੇ ਰੋਣ ਲੱਗੀ ਕਿ ਉਹ ਮੈਨੂੰ ਘਰ ਭੇਜ ਦੇਣ। ਪਰ ਮੇਰੀ ਸੱਸ ਕਹਿਣ ਲੱਗੀ
ਕਿ ਬੇਟੀ ਮੈਂ ਤੈਨੂੰ ਸਮਝਾਇਆ ਤਾਂ ਸੀ ਕਿ ਆਪਣੇ ਕਮਰੇ ਵਿੱਚ ਹੋਣ ਵਾਲੀ ਕਿਸੇ ਗੱਲ ਦਾ ਵੀ ਜ਼ਿਕਰ ਕਿਸੇ ਨੂੰ ਨਾ ਕਰੀ। ਇਹ ਤੇਰਾ ਤੇ ਤੇਰੇ ਪਤੀ ਦਾ ਆਪਸੀ ਮਾਮਲਾ ਹੈ ਅਤੇ ਇਸ ਨੂੰ ਆਪਣੇ ਕਮਰੇ ਦੀ ਚਾਰ ਦੀਵਾਰੀ ਵਿੱਚ ਹੀ ਰੱਖੋ। ਆਪਣੀ ਸੱਸ ਦੀ ਗੱਲ ਸੁਣ ਕੇ ਮੇਰੀ ਜਾਨ ਨਿਕਲ ਗਈ। ਮੈਂ ਅੱਜ ਤੱਕ ਇੰਨੀ ਬੇਰਹਿਮ ਔਰਤ ਨਹੀਂ ਦੇਖੀ ਸੀ ਜਿਸ ਨੂੰ ਮੇਰੀ ਤਕਲੀਫ ਅਤੇ ਮੇਰੀ ਪਰੇਸ਼ਾਨੀ ਨਜ਼ਰ ਹੀ ਨਹੀਂ ਆ ਰਹੀ ਸੀ, ਬਲਕਿ ਉਹ ਮੈਨੂੰ ਮੇਰੇ ਵਿਆਹੁਤਾ ਜੀਵਨ ਨੂੰ ਲੈ ਕੇ ਸਬਕ ਪੜ੍ਹਾ ਰਹੀ ਸੀ ਜਿਸ ਦਾ ਮੈਨੂੰ ਕੋਈ ਫਾਇਦਾ ਹੀ ਨਹੀਂ ਹੋਣ ਵਾਲਾ ਸੀ, ਕਿਉਂਕਿ ਜਿਸ ਨੂੰ ਮੈਂ ਆਪਣਾ ਪਤੀ ਸਮਝ ਕੇ ਇਸ ਘਰ ਵਿੱਚ ਆਈ ਸੀ ਉਹ ਮੇਰਾ ਪਤੀ ਤਾਂ ਕੀ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ ਸੀ। ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਉੱਠ ਅਤੇ ਵਾਪਸ ਆਪਣੇ ਕਮਰੇ ਵਿੱਚ ਜਾ। ਤੇਰਾ ਕੰਮ ਸਾਡੇ ਮੁੰਡੇ ਦੀ ਸੇਵਾ ਕਰਨਾ ਅਤੇ ਉਸ ਦਾ ਹੁਕਮ ਮੰਨਣਾ ਹੈ। ਇਸ ਵਿਆਹ ਲਈ ਮੈਂ ਤੇਰੇ ਘਰ ਵਾਲਿਆਂ ਨੂੰ 50 ਲੱਖ ਰੁਪਏ ਦਿੱਤੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵਿਆਹ ਤੂੰ ਆਪਣੀ ਮਰਜ਼ੀ ਨਾਲ ਕੀਤਾ ਹੈ। ਤੂੰ ਮੇਰੇ ਮੁੰਡੇ ਨੂੰ ਪਿਆਰ ਕਰਦੀ ਹੈ ਅਤੇ ਮੇਰਾ ਮੁੰਡਾ ਵੀ ਤੈਨੂੰ ਪਿਆਰ ਕਰਦਾ ਹੈ। ਤੁਸੀਂ ਦੋਵੇਂ ਮਿਲ ਕੇ ਅੱਗੇ ਵਧੋ ਤਾਂ ਜੋ ਤੁਹਾਡੀ ਜ਼ਿੰਦਗੀ ਆਸਾਨ ਹੋ ਜਾਵੇ। ਮੈਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਆਪਣੇ ਸਹੁਰੇ ਵੱਲ ਦੇਖਿਆ ਅਤੇ ਕਿਹਾ ਕਿ ਤੁਸੀਂ ਕਿਸ ਜ਼ਿੰਦਗੀ ਅਤੇ ਕਿਸ ਵਿਆਹ ਦੀ ਗੱਲ ਕਰ ਰਹੇ ਹੋ? ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਬੇਟੇ ਨੇ ਮੇਰੇ ਨਾਲ ਵਿਆਹ ਕਿਉਂ ਕੀਤਾ ਹੈ? ਮੇਰਾ ਸਹੁਰਾ ਕਹਿਣ ਲੱਗਿਆ ਕਿ ਇਹ ਗੱਲ ਤਾਂ ਤੈਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਲੱਗ ਗਈ ਸੀ, ਪਰ ਫਿਰ ਵੀ 50 ਲੱਖ ਰੁਪਏ ਦੇ ਕੇ ਤੂੰ ਵਿਆਹ ਕੀਤਾ ਹੀ ਹੈ ਨਾ, ਤਾਂ ਹੁਣ ਪਛਤਾਉਣ ਦੀ ਕੀ ਲੋੜ ਹੈ? ਆਪਣੇ ਸਹੁਰੇ ਦੀ ਗੱਲ ਸੁਣ ਕੇ ਮੇਰੇ ਸਿਰ ਤੇ ਜਿਵੇਂ ਆਸਮਾਨ ਡਿੱਗ ਗਿਆ ਹੋਵੇ ਅਤੇ ਮੈਂ ਜਾਣ ਚੁੱਕੀ ਸੀ ਕਿ ਮੇਰੀ ਜਵਾਨ ਭੈਣ ਨੇ ਕਿਉਂ ਰਾਤੋਂ ਰਾਤ ਆਪਣੀ ਜਾਨ ਲੈ ਲਈ ਸੀ। ਉਹ ਮੇਰੇ ਸਹੁਰਿਆਂ ਅਤੇ ਮੇਰੇ ਪਤੀ ਦਾ ਉਹ ਭਿਆਨਕ ਰੂਪ ਦੇਖ ਚੁੱਕੀ ਸੀ ਜਿਸ ਦੇ ਬਾਅਦ ਉਸ ਲਈ ਵਿਆਹ ਕਰਨਾ ਨਾਮੁਮਕਿਨ ਸੀ ਅਤੇ ਜੋ ਕੁਝ ਉਸ ਦੇ ਨਾਲ ਹੋਇਆ ਸੀ ਉਹ ਦੱਸਣ ਦੇ ਲਾਇਕ ਨਹੀਂ ਸੀ। ਇਸ ਲਈ ਉਸਨੇ ਜ਼ਿੰਦਗੀ ਨੂੰ ਛੱਡ ਕੇ ਮੌਤ ਨੂੰ ਚੁਣਿਆ ਅਤੇ ਰਾਤ ਦੇ ਹਨੇਰੇ ਵਿੱਚ ਆਪਣੇ ਆਪ ਨੂੰ ਪੱਖੇ ਨਾਲ ਲਟਕਾ ਲਿਆ ਸੀ। ਮੈਂ ਆਪਣੇ ਅਤੇ ਆਪਣੀ ਮਾਂ ਦੇ ਲਾਲਚ ਦੇ ਕਾਰਨ ਅਜਿਹੀ ਜਗ੍ਹਾ ਫਸ ਗਈ ਸੀ ਕਿ ਜਿੱਥੋਂ ਨਿਕਲਣਾ ਮੁਮਕਿਨ ਹੀ ਨਹੀਂ ਸੀ। ਮੇਰੇ ਸਹੁਰੇ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਮੈਨੂੰ ਕਹਿ ਦਿੱਤਾ ਸੀ ਕਿ ਬਾਹਰ ਹਰ ਜਗ੍ਹਾ ਗਾਰਡ ਖੜੇ ਹਨ ਅਤੇ ਮੈਂ ਉਹਨਾਂ ਦੀ ਮਰਜ਼ੀ ਅਤੇ ਇਜਾਜ਼ਤ ਤੋਂ ਬਿਨਾਂ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦੀ ਅਤੇ ਨਾ ਹੀ ਕਦੇ ਆਪਣੇ ਕਮਰੇ ਵਿੱਚ ਹੋਣ ਵਾਲੀ ਗੱਲ ਕਿਸੇ ਨੂੰ ਕਹਿ ਸਕਦੀ ਹਾਂ। ਮੇਰੀ ਸੱਸ ਨੇ ਇੱਕ ਨੌਕਰਾਣੀ ਨੂੰ ਇਸ਼ਾਰਾ ਕੀਤਾ ਤਾਂ ਉਹ ਮੈਨੂੰ ਫੜ ਕੇ ਮੇਰੇ ਕਮਰੇ ਤੱਕ ਲੈ ਗਈ ਅਤੇ ਜ਼ਬਰਦਸਤੀ ਕਮਰੇ ਦੇ ਅੰਦਰ ਵਾੜ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਿੱਥੇ ਮੇਰਾ ਪਤੀ ਪਹਿਲਾਂ ਤੋਂ ਹੀ ਮੌਜੂਦ ਸੀ। ਉਹ ਮੈਨੂੰ ਦੇਖ ਕੇ ਹੱਸਿਆ ਤੇ ਕਹਿਣ ਲੱਗਿਆ, ਰਮਨਾ ਤੂੰ ਤਾਂ ਹੱਦ ਹੀ ਕਰ ਦਿੱਤੀ ਹੈ। ਇਹ ਕਿਹੜਾ ਪਹਿਲੀ ਵਾਰ ਹੈ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਹਾਂ, ਪਰ ਤੂੰ ਤਾਂ ਹੰਗਾਮਾ ਹੀ ਖੜਾ ਕਰ ਦਿੱਤਾ ਹੈ। ਮੈਂ ਬੇਬਸੀ ਨਾਲ ਉਸਦੇ ਚਿਹਰੇ ਵੱਲ ਦੇਖ ਰਹੀ ਸੀ ਜੋ ਕਿਤੇ ਨਾ ਕਿਤੇ ਮੇਰੀ ਭੈਣ ਦਾ ਕਾਤਲ ਸੀ। ਮੇਰੀ ਭੈਣ ਰਮਨਾ ਅਤੇ ਕਮਲ ਇਕੱਠੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਮੈਂ ਅਤੇ ਰਮਨਾ ਜੁੜਵਾਂ ਭੈਣਾਂ ਸੀ, ਪਰ ਮੈਂ 2 ਸਾਲ ਬਿਮਾਰੀ ਕਾਰਨ ਸਕੂਲ ਛੱਡ ਦਿੱਤਾ ਸੀ ਅਤੇ ਇਸ ਲਈ ਮੈਂ ਪੜ੍ਹਾਈ ਵਿੱਚ ਉਸ ਤੋਂ ਪਿੱਛੇ ਰਹਿ ਗਈ ਸੀ। ਰਮਨਾ ਨੂੰ ਉੱਥੇ ਹੀ ਕਮਲ ਨਾਲ ਪਿਆਰ ਹੋ ਗਿਆ ਸੀ। ਅਸੀਂ ਦੋਵੇਂ ਭੈਣਾਂ ਬਹੁਤ ਖੂਬਸੂਰਤ ਸੀ ਅਤੇ ਇਹੀ ਕਾਰਨ ਸੀ ਕਿ ਕਮਲ ਖੁਦ ਹੀ ਰਮਨਾ ਦੇ ਪਿੱਛੇ ਪੈ ਗਿਆ ਸੀ। ਮੇਰੀ ਭੈਣ ਬਹੁਤ ਹੀ ਸੁਲਝੀ ਹੋਈ ਅਤੇ ਸੰਸਕਾਰੀ ਕੁੜੀ ਸੀ, ਇਸ ਲਈ ਉਸਨੇ ਕਮਲ ਨੂੰ ਕਿਹਾ ਕਿ ਉਹ ਇੱਜ਼ਤ ਨਾਲ ਉਸਦੇ ਘਰ ਰਿਸ਼ਤਾ ਭੇਜ ਦੇਵੇ ਅਤੇ ਕਮਲ ਨੇ ਰਮਨਾ ਦਾ ਦਿਲ ਜਿੱਤਣ ਲਈ ਆਪਣੇ ਮਾਂ-ਬਾਪ ਨੂੰ ਸਾਡੇ ਘਰ ਭੇਜ ਦਿੱਤਾ ਅਤੇ ਇਸ ਤਰ੍ਹਾਂ ਉਹਨਾਂ ਦੋਨਾਂ ਦਾ ਰਿਸ਼ਤਾ ਪੱਕਾ ਹੋ ਗਿਆ। ਇਹ ਰਿਸ਼ਤਾ ਭੇਜ ਕੇ ਕਮਲ ਨੇ ਨਾ ਸਿਰਫ ਰਮਨਾ ਦਾ ਦਿਲ ਜਿੱਤਿਆ ਸੀ ਬਲਕਿ ਉਸ ਦਾ ਭਰੋਸਾ ਵੀ ਜਿੱਤ ਲਿਆ ਸੀ ਅਤੇ ਰਮਨਾ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਕਮਲ ਉਸ ਨੂੰ ਸੱਚਾ ਪਿਆਰ ਕਰਦਾ ਹੈ, ਜਦ ਕਿ ਉਸ ਦਾ ਮਕਸਦ ਤਾਂ ਕੁਝ ਹੋਰ ਹੀ ਸੀ। ਪਿਆਰ ਦੇ ਨਾਮ ਤੇ ਕਮਲ ਨੇ ਰਮਨਾ ਨੂੰ ਮਜਬੂਰ ਕੀਤਾ ਕਿ ਉਹ ਉਸ ਨੂੰ ਇਕੱਲੇ ਵਿੱਚ ਮਿਲਿਆ ਕਰੇ ਅਤੇ ਰਮਨਾ ਆਪਣੇ ਪਿਆਰ ਅਤੇ ਜਜ਼ਬਾਤ ਦੇ ਹੱਥੋਂ ਮਜਬੂਰ ਹੋ ਕੇ ਮਿਲਣ ਲਈ ਗਈ ਤਾਂ ਕਮਲ ਨੇ ਨਾ ਸਿਰਫ ਉਸ ਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਇਆ ਬਲਕਿ ਉਸ ਦੀਆਂ ਅਜਿਹੀਆਂ ਵੀਡੀਓ ਬਣਾਈਆਂ ਜਿਨ੍ਹਾਂ ਦਾ ਦਰਦ ਸੁਪਨੇ ਵਿੱਚ ਵੀ ਨਹੀਂ ਸੋਚਿਆ ਜਾ ਸਕਦਾ ਸੀ। ਕਮਲ ਦਾ ਇਰਾਦਾ ਸੀ ਕਿ ਉਹ ਆਪਣੀ ਹਵਸ ਪੂਰੀ ਕਰਕੇ ਰਮਨਾ ਨੂੰ ਛੱਡ ਦੇਵੇਗਾ ਅਤੇ ਉਸਨੇ ਅਜਿਹਾ ਹੀ ਕੀਤਾ ਸੀ। ਜਿਸ ਰਾਤ ਰਮਨਾ ਨੇ ਆਤਮ ਹੱਤਿਆ ਕੀਤੀ ਸੀ ਉਸ ਰਾਤ ਕਮਲ ਨੇ ਉਸ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਹੁਣ ਉਹ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਉਸ ਦਾ ਮਕਸਦ ਪੂਰਾ ਹੋ ਗਿਆ ਸੀ ਅਤੇ ਇਸੇ ਸਮੇਂ ਵਿੱਚ ਰਮਨਾ ਨੇ ਉਸ ਰਾਤ ਆਤਮ ਹੱਤਿਆ ਕਰ ਲਈ ਸੀ ਕਿਉਂਕਿ ਉਸ ਨੂੰ ਆਪਣੇ ਬੇਅਬਰੂ ਹੋ ਜਾਣ ਦਾ ਸਦਮਾ ਅਤੇ ਕਮਲ ਦੀ ਬੇਵਫਾਈ ਦਾ ਦੁੱਖ ਸੀ। ਪਰ ਰਮਨਾ ਦੇ ਸਵਰਗਵਾਸ ਤੋਂ ਕੁਝ ਦਿਨਾਂ ਬਾਅਦ ਜਦੋਂ ਕਮਲ ਨੇ ਰਮਨਾ ਦੀ ਵੀਡੀਓ ਵੇਚਣੀ ਸ਼ੁਰੂ ਕੀਤੀ ਤਾਂ ਉਹ ਬਹੁਤ ਪੈਸਿਆਂ ਵਿੱਚ ਵਿਕਣ ਲੱਗੀ ਅਤੇ ਉਸ ਵੇਲੇ ਕਮਲ ਨੂੰ ਅਹਿਸਾਸ ਹੋਇਆ ਕਿ ਉਹ ਰਮਨਾ ਵਰਗੇ ਕੀਮਤੀ ਹੀਰੇ ਨੂੰ ਨਹੀਂ ਖੋ ਸਕਦਾ ਕਿਉਂਕਿ ਰਮਨਾ ਉਸ ਨੂੰ ਭਵਿੱਖ ਵਿੱਚ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾ ਸਕਦੀ ਸੀ। ਵਿਆਹ ਵਾਲੀ ਰਾਤ ਜਦੋਂ ਕਮਲ ਨੇ ਘੁੰਡ ਚੁੱਕਿਆ ਤਾਂ ਉਸਨੇ ਇਹੀ ਗੱਲ ਕਹੀ ਸੀ। ਉਸਨੇ ਰਮਨਾ ਦੀਆਂ ਵੀਡੀਓ ਕਈ ਹਜ਼ਾਰ ਡਾਲਰਾਂ ਵਿੱਚ
ਬਾਹਰਲੇ ਮੁਲਕਾਂ ਵਿੱਚ ਵੇਚੀਆਂ ਸਨ ਅਤੇ ਉਸ ਨਾਲ ਕਮਾਏ ਹੋਏ ਪੈਸੇ ਹੀ ਮੇਰੇ ਮਾਂ-ਬਾਪ ਨੂੰ ਦੇ ਕੇ ਮੇਰੇ ਨਾਲ ਵਿਆਹ ਕੀਤਾ ਸੀ। ਰਮਨਾ ਮਤਲਬ ਕਿ ਮੈਂ ਹੁਣ ਉਸ ਦੇ ਲਈ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਸੀ ਅਤੇ ਉਹ ਵਿਆਹ ਵਾਲੀ ਰਾਤ ਵੀ ਸਾਡੀ ਵੀਡੀਓ ਬਣਾ ਕੇ ਉਸ ਨੂੰ ਵੇਚਣ ਦੀ ਚਾਹਤ ਰੱਖਦਾ ਸੀ। ਮੈਨੂੰ ਲੱਗਿਆ ਸੀ ਕਿ ਮੇਰੇ ਸੱਸ ਸਹੁਰਾ ਇਸ ਗੱਲ ਤੋਂ ਅਣਜਾਣ ਹੋਣਗੇ ਅਤੇ ਇਸ ਲਈ ਮੈਂ ਆਪਣੇ ਸੱਸ ਸਹੁਰੇ ਦੇ ਪੈਰਾਂ ਵਿੱਚ ਗਿਰ ਗਈ ਅਤੇ ਉਹਨਾਂ ਨੂੰ ਸਾਰੀ ਸੱਚਾਈ ਦੱਸੀ। ਪਰ ਉਹਨਾਂ ਨੂੰ ਤਾਂ ਪਹਿਲਾਂ ਤੋਂ ਹੀ ਇਹ ਸਾਰੀ ਹਕੀਕਤ ਪਤਾ ਸੀ ਅਤੇ ਇੰਨਾ ਵੱਡਾ ਬੰਗਲਾ ਅਤੇ ਇਹ ਸਾਰਾ ਪੈਸਾ ਵੀ ਇਸੇ ਤਰ੍ਹਾਂ ਦੀ ਕਾਲੀ ਕਮਾਈ ਦਾ ਨਤੀਜਾ ਸੀ। ਮੈਂ ਇੱਕ ਵਾਰ ਫਿਰ ਕਮਲ ਦੇ ਸਾਹਮਣੇ ਉਸਦੇ ਕਮਰੇ ਵਿੱਚ ਖੜੀ ਸੀ ਅਤੇ ਮੇਰੇ ਹੱਥ ਪੈਰ ਕੰਬ ਰਹੇ ਸਨ। ਮੇਰੀ ਭੈਣ ਨੇ ਆਪਣੀ ਇੱਜ਼ਤ ਗਵਾ ਕੇ ਖੁਦਕੁਸ਼ੀ ਕੀਤੀ ਸੀ ਅਤੇ ਮੈਂ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦੀ ਸੀ। ਕਮਲ ਮੇਰੇ ਉੱਪਰ ਕਾਬੂ ਪਾਉਣ ਲਈ ਮੇਰੇ ਨੇੜੇ ਆਇਆ ਤਾਂ ਮੈਂ ਬਿਨਾਂ ਸੋਚੇ ਸਮਝੇ ਫੁੱਲਦਾਨ ਚੁੱਕ ਕੇ ਉਸਦੇ ਸਿਰ ਤੇ ਮਾਰਿਆ ਅਤੇ ਉਹ ਉੱਥੇ ਹੀ ਬੇਹੋਸ਼ ਹੋ ਗਿਆ। ਉਸ ਨੂੰ ਮੇਰੇ ਤੋਂ ਇਸ ਹਮਲੇ ਦੀ ਬਿਲਕੁਲ ਵੀ ਉਮੀਦ ਨਹੀਂ ਸੀ, ਇਸ ਲਈ ਉਹ ਆਪਣੇ ਆਪ ਨੂੰ ਬਚਾ ਨਹੀਂ ਪਾਇਆ ਸੀ। ਮੈਂ ਉਸੇ ਵੇਲੇ ਉਸਦਾ ਫੋਨ ਚੁੱਕ ਕੇ ਪੁਲਿਸ ਨੂੰ ਫੋਨ ਮਿਲਾਇਆ ਅਤੇ ਉਹਨਾਂ ਨੂੰ ਆਪਣੇ ਬਾਰੇ ਵਿੱਚ ਸਭ ਕੁਝ ਦੱਸ ਦਿੱਤਾ ਸੀ। ਕੁਝ ਹੀ ਦੇਰ ਦੇ ਇੰਤਜ਼ਾਰ ਤੋਂ ਬਾਅਦ ਪੁਲਿਸ ਦੇ ਇੱਕ ਵੱਡੇ ਗਰੁੱਪ ਨੇ ਬੰਗਲੇ ਤੇ ਛਾਪਾ ਮਾਰਿਆ ਅਤੇ ਕਮਲ ਅਤੇ ਉਸਦੇ ਮਾਂ-ਬਾਪ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਮੋਬਾਈਲ ਫੋਨ ਤੋਂ ਮੇਰੀ ਭੈਣ ਰਮਨਾ ਦੀ ਵੀਡੀਓ ਵੀ ਬਰਾਮਦ ਹੋਈ ਸੀ। ਪੁਲਿਸ ਵਾਲਿਆਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਇਸ ਵੀਡੀਓ ਨੂੰ ਪਬਲਿਕ ਨਹੀਂ ਹੋਣ ਦੇਣਗੇ ਅਤੇ ਕਮਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣਗੇ। ਆਪਣੇ ਵਿਆਹ ਦੀ ਪਹਿਲੀ ਰਾਤ ਹੀ ਮੈਂ ਵਾਪਸ ਆਪਣੇ ਪੇਕੇ ਘਰ ਪਹੁੰਚ ਗਈ ਸੀ ਅਤੇ ਸਾਰਾ ਸੱਚ ਜਾਣ ਕੇ ਮੇਰੇ ਮਾਂ-ਬਾਪ ਦੇ ਰੌਂਗਟੇ ਖੜੇ ਹੋ ਗਏ ਸਨ। ਮੇਰੇ ਪਾਪਾ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਮੇਰੀ ਇੱਜ਼ਤ ਬਚ ਗਈ ਅਤੇ ਰਮਨਾ ਦੀ ਤਰ੍ਹਾਂ ਮੇਰੇ ਨਾਲ ਕੁਝ ਵੀ ਗਲਤ ਨਹੀਂ ਹੋਇਆ। ਮੈਂ ਦੁਬਾਰਾ ਤੋਂ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੰਮੀ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਗਰੀਬੀ ਕੋਈ ਬੁਰੀ ਚੀਜ਼ ਨਹੀਂ ਹੈ, ਪਰ ਇਨਸਾਨ ਦਾ ਬੇਆਬਰੂ ਹੋ ਜਾਣਾ ਜ਼ਰੂਰ ਇੱਕ ਸਜ਼ਾ ਹੈ। ਮੇਰੀ ਸਭ ਭੈਣਾਂ ਨੂੰ ਗੁਜ਼ਾਰਿਸ਼ ਹੈ ਕਿ ਪਿਆਰ ਵਿੱਚ ਅੰਨੇ ਹੋ ਕੇ ਗੈਰ ਮਰਦ ਨੂੰ ਕਦੇ ਵੀ ਇਕੱਲੇ ਵਿੱਚ ਮਿਲਣ ਦੀ ਗਲਤੀ ਨਾ ਕਰੋ, ਕਿਉਂਕਿ ਕੋਈ ਨਹੀਂ ਜਾਣਦਾ ਕਿ ਇਨਸਾਨ ਕਦੋਂ, ਕਿੱਥੇ ਅਤੇ ਕਿਵੇਂ ਬਹਿਕ ਜਾਵੇ। ਤਾਂ ਦੋਸਤੋ, ਇਹ ਹੈ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।